ਗੁਰਬਾਣੀ ਦੇ ਵਿੱਚ 2533 ਵਾਰ ਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਦੇ ਵਿੱਚ ਜੋ ਆਉਂਦਾ ਉਹ ਇੱਕੋ ਰਾਮ ਦੀ ਗੱਲ ਕੀਤੀ ਗਈ ਹੈ। ਉਹ ਰਾਮ ਕੋਈ ਦੂਜਾ ਨਹੀਂ ਸੀ ਹੈ, ਉਹ ਉਹੀ ਰਾਮ ਹੈ। ਰਾਮਚੰਦ ਨਿਰਮਲ ਪੁਰਖ, ਮਤਲਬ ਰਾਮਚੰਦਰ ਸੀ ਜਿਹੜਾ ਨਿਰਮਲ ਪੁਰਖ ਨੂੰ ਪਰਮਾਤਮਾ ਦਾ ਸਿੱਧਾ ਅਵਤਾਰ ਸੀ। ਹੁਣ ਚਾਹੇ ਕਹਿਣ ਵਾਲੇ ਜਿਹੜੇ ਸੋ ਕਾਲਡ ਇੰਟੈਲੈਕਚੁਅਲ ਬਣਦੇ ਆ, ਮੈਂ ਨਾਲ ਨਾਲ ਉਧਰ ਵੀ ਆਈ ਜਾਂਦਾ ਤੇ ਜਿਹੜੇ ਇਹ ਕਹਿੰਦੇ ਆ ਕਿ ਉਹ ਰਾਮ ਨਹੀਂ ਸੀ, ਇਹ ਹੋਰ ਰਾਮ ਸੀ, ਨਹੀਂ, ਇੱਕੋ ਹੀ ਰਾਮ ਸੀ ਜਿਹਦਾ 2533 ਵਾਰ ਜ਼ਿਕਰ ਕੀਤਾ ਗਿਆ। ਉਹ ਰਾਮ ਇੱਕੋ ਹੀ ਹੈ। ਮੈਨੂੰ ਵੈਸੇ ਟੌਪਿਕ ਸਮਝ ਨਹੀਂ ਆ ਰਿਹਾ, ਪਰ ਇਹ ਕੰਟਰੋਵਰਸੀ ਕ੍ਰੀਏਟ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਤੇ ਮੈਂ ਕੈਨੇਡਾ ਵਿੱਚ ਰਹਿੰਦਾ ਹਾਂ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਿੰਘ ਮੈਨੂੰ ਵੀਡੀਓ ਭੇਜ ਰਹੇ ਨੇ, ਜਿਸ ਦੇ ਵਿੱਚ ਇੱਕ ਪਗੜੀਧਾਰੀ ਸ਼ਖਸ ਜਿਹਦਾ ਨਾਮ ਲਾਲੀ ਮੁਲਤਾਨੀ ਦੱਸਿਆ ਜਾ ਰਿਹਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚੋਂ ਪੰਕਤੀਆਂ ਨੂੰ ਕੋਟ ਕਰਕੇ ਇਸ ਗੱਲ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ ਪਰਮੇਸ਼ਰ ਦੇ ਸਿੱਧੇ ਅਵਤਾਰ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 2533 ਵਾਰ ਜੋ ਰਾਮ ਸ਼ਬਦ ਆਇਆ ਹੈ ਉਸ ਦਾ ਅਰਥ ਹੈ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ, ਜੋ ਕਿ ਬਿਲਕੁਲ ਹੀ ਗਲਤ ਹੈ। ਇਟ ਇਜ਼ ਰੋਂਗ ਇਨਫੋਰਮੇਸ਼ਨ, ਇਟ ਇਜ਼ ਮਿਸ ਇਨਫੋਰਮੇਸ਼ਨ। ਇਹ ਗਲਤ ਜਾਣਕਾਰੀ ਹੈ। ਤੁਸੀਂ ਕਿਸੇ ਵੀ ਸਿੱਖ ਵਿਦਵਾਨ ਦੇ ਨਾਲ ਅਗਰ ਵਾਰਤਾਲਾਪ ਕਰੋਗੇ ਜਾਂ ਉਹਨਾਂ ਕੋਲ ਬੈਠ ਕੇ ਸਿੱਖੋਗੇ, ਉਹ ਤੁਹਾਨੂੰ ਸਮਝਾ ਦੇਣਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਸ਼ਬਦ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ ਵਾਸਤੇ ਵੀ ਆਇਆ ਹੈ, ਪਰੰਤੂ ਉਹ ਸਿਰਫ ਲਗਭਗ 10-12 ਵਾਰੀ ਆਇਆ ਹੈ। ਬਾਕੀ ਜਿਹੜਾ 2500 ਵਾਰ ਅਪਰੋਕਸੀਮੇਟਲੀ ਜੋ ਰਾਮ ਸ਼ਬਦ ਆਇਆ ਹੈ ਉਹ ਰਮੇ ਰਾਮ, ਰਮਤ ਰਾਮ, ਯਾਨੀ ਕਿ ਆਲ ਪਰਵੇਡਿੰਗ ਸਰਵਵਿਆਪੀ ਰਾਮ ਵਾਸਤੇ ਆਇਆ ਹੈ। ਔਰ ਇਸ ਚੀਜ਼ ਨੂੰ ਸਿੱਧ ਕਰਨ ਵਾਸਤੇ ਇਹ ਵੀਡੀਓ ਬਣਾਈ ਜਾ ਰਹੀ ਹੈ ਤਾਂ ਕਿ ਤੁਹਾਨੂੰ ਸਾਰੇ ਐਗਜ਼ਾਮਪਲਸ ਐਂਡ ਆਰਗੂਮੈਂਟਸ ਨਾਲ ਇਹ ਗੱਲ ਸਮਝ ਆ ਜਾਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਹਨ, ਉਹ ਪਰਿਪੂਰਨ ਰਾਮ ਨੇ, ਪਾਰ ਬ੍ਰਹਮ ਪਰਮੇਸ਼ਰ ਨੇ। ਅਤੇ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ ਦਾ ਜ਼ਿਕਰ ਗੁਰਬਾਣੀ ਵਿੱਚ ਜਦ ਆਇਆ ਹੈ, ਉਹ ਕਿਸ ਸੰਦਰਭ ਵਿੱਚ ਆਇਆ ਹੈ, ਕਿਸ ਪ੍ਰਕਰਨ ਵਿੱਚ ਆਇਆ ਹੈ, ਕੰਟੈਕਸਟ ਕੀ ਹੈ, ਉਸ ਨੂੰ ਵੀ ਇਸ ਵੀਡੀਓ ਵਿੱਚ ਸਮਝਾਇਆ ਜਾਏਗਾ। तो अंत तक इस वीडियो ਨੂੰ ਜ਼ਰੂਰ ਦੇਖਣਾ, ਐਜ਼ ਇਟ ਇਜ਼ ਗੋਇੰਗ ਟੂ ਬੀ ਵੈਰੀ ਐਜੂਕੇਸ਼ਨਲ ਐਂਡ ਇਨਫੋਰਮੇਟਿਵ ਇਨ ਨੇਚਰ। ਤੋਂ ਪਹਿਲਾਂ ਆਪਾਂ ਸੁਣਦੇ ਹਾਂ ਕਿ ਉਹਨਾਂ ਨੇ ਵੀਡੀਓ ਵਿੱਚ ਕੀ ਆਖਿਆ, ਫਿਰ ਪੁਆਇੰਟ ਟੂ ਪੁਆਇੰਟ ਉਹਨਾਂ ਦੀ ਹਰ ਗੱਲ ਦਾ ਸਹੀ ਜਵਾਬ ਕਰੈਕਸ਼ਨ ਕਰਕੇ ਆਪ ਜੀ ਨੂੰ ਦੱਸਿਆ ਜਾਊਗਾ। ਜੋ ਵੀ ਸਾਰਾ ਕੁਝ ਤੁਸੀਂ ਦੱਸ ਰਹੇ ਹੋ, ਜੋ ਵੀ ਸਾਡੀ ਹਿਸਟਰੀ ਹੈ ਪ੍ਰਭੂ ਰਾਮ ਬਾਰੇ, ਇਹ ਸਾਰਾ ਕੁਝ ਪਰਮਾਤਮਾ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਮਾਤਾ ਸੀਤਾ ਨੂੰ ਰਾਵਣ ਕਰ ਲੇਗਾ, ਤੇ ਇਹ ਸਾਰਾ ਕੁਝ ਪਹਿਲਾਂ ਹੀ ਪਤਾ ਸੀਗਾ ਪਰਮਾਤਮਾ ਨੂੰ। ਉਹਦੇ ਲਈ ਤੁਹਾਨੂੰ ਰਾਮਾਇਣ ਤੇ ਜਾਣਾ ਪੈਣਾ। ਗੁਰਬਾਣੀ 'ਚ ਦਰਜ ਕਹਿੰਦੇ ਰਾਮਚੰਦ ਨਿਰਮਲ ਪੁਰਖ ਧਰਮੋ ਸਾਇਰ ਪੱਥਰ ਤਰਨਾ, ਬੁਰਿਆਈ ਰਾਵਣ ਗਿਆ ਕਾਲਿਕ ਟਿਕਾ ਪਰਤਰਿਆ ਹਰਨਾ, ਰਾਮਾਇਣ ਯੁਗ ਯੁਗ ਅਟਲ ਸੇ ਉਦਰੇ ਜੋ ਆਏ ਸਰਨਾ। ਕਹਿੰਦੇ ਰਾਮਚੰਦ ਨਿਰਮਲ ਪੁਰਖ, ਮਤਲਬ ਰਾਮਚੰਦਰ ਸੀ ਜਿਹੜਾ ਨਿਰਮਲ ਪੁਰਖ ਨੇ ਪਰਮਾਤਮਾ ਦਾ ਸਿੱਧਾ ਅਵਤਾਰ ਸੀ। ਧਰਮੋ ਸਾਇਰ ਪੱਥਰ ਤਰਨਾ, ਜਿਨ੍ਹਾਂ ਦੇ ਆਣ ਨਾਲ ਪੱਥਰ ਵੀ ਤਰ ਗਏ। ਉਹ ਹੁਣ ਇੱਕੋ ਹੀ ਰਾਮ ਸੀ ਨਾ। ਹੁਣ ਚਾਹੇ ਕਹਿਣ ਵਾਲੇ ਜਿਹੜੇ ਸੋ ਕਾਲਡ ਇੰਟੈਲੈਕਚੁਅਲ ਬਣਦੇ ਆ, ਮੈਂ ਨਾਲ ਨਾਲ ਉਧਰ ਵੀ ਆਈ ਜਾਂਦਾ ਤੇ ਜਿਹੜੇ ਇਹ ਕਹਿੰਦੇ ਆ ਕਿ ਉਹ ਰਾਮ ਨਹੀਂ ਸੀ, ਇਹ ਹੋਰ ਰਾਮ ਸੀ, ਨਹੀਂ, ਇੱਕੋ ਹੀ ਰਾਮ ਸੀ ਜਿਹਦਾ 2533 ਵਾਰ ਜ਼ਿਕਰ ਕੀਤਾ ਗਿਆ। ਉਹ ਰਾਮ ਇੱਕੋ ਹੀ ਹੈ। ਗੁਰਬਾਣੀ ਦੇ ਵਿੱਚ 2533 ਵਾਰ ਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਦੇ ਵਿੱਚ ਜੋ ਆਉਂਦਾ ਉਹ ਇੱਕੋ ਰਾਮ ਦੀ ਗੱਲ ਕੀਤੀ ਗਈ ਹੈ। ਉਹ ਰਾਮ ਕੋਈ ਦੂਜਾ ਨਹੀਂ ਸੀ ਹੈ, ਉਹ ਉਹੀ ਰਾਮ ਹੈ। ਕਿਉਂ? ਕਿਉਂਕਿ ਉਹ ਯੁੱਗ ਮਰਿਆਦਾ ਦਾ ਸੀ, ਇਸ ਕਰਕੇ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਉਹਨਾਂ ਨੂੰ। ਠੀਕ ਹੈ ਨਾ। ਇੱਥੇ ਕਿੰਨੀ ਹਾਸੇ ਵਾਲੀ ਗੱਲ ਇਹ ਹੈ, ਅਨਮੋਲ ਕਵਤਰਾ ਜੀ ਦਾ ਸਵਾਲ ਕੀ ਸੀਗਾ ਔਰ ਲਾਲੀ ਮੁਲਤਾਨੀ ਜੀ ਜਵਾਬ ਕੀ ਦੇ ਰਹੇ ਨੇ। ਅਨਮੋਲ ਕਵਤਰਾ ਨੇ ਸਵਾਲ ਪੁੱਛਿਆ ਕਿ ਰਾਵਣ ਸੀਤਾ ਜੀ ਨੂੰ ਲੈ ਗਿਆ ਸੀਗਾ, ਰਾਮਚੰਦਰ ਨੂੰ ਰਾਵਣ ਦੇ ਨਾਲ ਯੁੱਧ ਕਰਨਾ ਪਿਆ, ਕਿ ਇਸ ਬਾਰੇ ਪਰਮੇਸ਼ਰ ਨੂੰ, ਪਰਮਾਤਮਾ ਨੂੰ ਪਹਿਲਾਂ ਤੋਂ ਹੀ ਪਤਾ ਸੀਗਾ। ਔਰ ਇਸ ਦਾ ਜਵਾਬ ਕੀ ਸੀਗਾ? ਇਹਦਾ ਜਵਾਬ ਦੱਸਣਾ ਸੀਗਾ ਹਾਂ ਕਿ ਪਰਮੇਸ਼ਰ ਨੂੰ ਪਤਾ ਸੀਗਾ। ਪਰਮੇਸ਼ਰ ਜੋ ਹੈ ਉਹ ਤ੍ਰੈਕਾਲਦਰਸ਼ੀ ਹੈ, ਉਹਨੂੰ ਭੂਤਕਾਲ, ਭਵਿਸ਼ਯਕਾਲ ਔਰ ਵਰਤਮਾਨ ਕਾਲ, ਤਿੰਨੋਂ ਕਾਲਾਂ ਦਾ ਪਤਾ ਹੈ ਕਿ ਕੀ ਹੋ ਰਿਹਾ ਹੈ, ਕੀ ਹੋਇਆ ਸੀ ਤੇ ਅੱਗੇ ਕੀ ਹੋਵੇਗਾ। ਇੰਨਾ ਸਿੰਪਲ ਸ਼ਾਰਟ ਆਨਸਰ ਸੀਗਾ ਔਰ ਇੱਕ ਹੀ ਜਵਾਬ ਦੇ ਰਹੇ ਨੇ। ਇਹਦੇ ਵਾਸਤੇ ਸਾਨੂੰ ਰਾਮਾਇਣ ਵਿੱਚ ਜਾਣਾ ਪਏਗਾ। ਰਾਮਚੰਦਰ ਜੀ ਨਿਰਮਲ ਪੁਰਸ਼ ਸੀਗੇ, ਉਹਨਾਂ ਦੇ ਕਰਕੇ ਪੱਥਰ ਵੀ ਤਰ ਗਏ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮ ਦਾ ਜ਼ਿਕਰ ਆਇਆ ਹੈ। ਅਰੇ ਜੋ ਸਵਾਲ ਅਨਮੋਲ ਕਵਾਤਰਾ ਨੇ ਪੁੱਛਿਆ ਉਹਦਾ ਜਵਾਬ ਤੋਂ ਪਹਿਲਾਂ ਦੇ ਦਿਓ, ਆਪਣੀ ਕਹਾਣੀ ਤੁਸੀਂ ਹੋਰ ਚਲਾਈ ਜਾ ਰਹੇ ਹੋ। ਖੈਰ, ਅਸੀਂ ਤੁਹਾਨੂੰ ਫਿਰ ਵੀ ਦੱਸ ਦਿੰਦੇ ਹਾਂ ਕਿ ਜਿਹੜੀ ਇਹ ਪੰਕਤੀਆਂ ਨੇ ਕਿ ਰਾਮਚੰਦ ਨਿਰਮਲ ਪੁਰਖ, ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਂ ਗੁਰਬਾਣੀ ਵਿੱਚ ਨਹੀਂ ਦਿੱਤੀਆਂ ਹੋਈਆਂ ਨੇ। ਇਹ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਦਿੱਤਾ ਗਿਆ ਹੈ।
ਹੈ ਤੇ ਤੁਸੀਂ ਕੀ ਕਹਿੰਦੇ ਹੋ ਕਿ ਗੁਰਬਾਣੀ ਕਹਿੰਦੀ ਹੈ ਕਿ ਰਾਮਚੰਦ ਨਿਰਮਲ ਪੁਰਖ। ਇਹ ਤੁਸੀਂ ਬਿਲਕੁਲ ਹੀ ਗਲਤ ਦੱਸਿਆ ਹੈ। ਦਿਸ ਇਜ਼ ਅ ਫਰਾਡੂਲੈਂਟ ਕਲੇਮ। ਔਰ ਇਹ ਸਾਰੇ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਫ਼-ਸਾਫ਼ ਇਹ ਝੂਠ ਬੋਲਿਆ ਗਿਆ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਂ ਗੁਰਬਾਣੀ ਵਿੱਚ ਤਾਂ ਹੈ ਹੀ ਨਹੀਂ। ਇਹ ਤਾਂ ਇੱਕ ਸਿੱਖ ਦੀ ਬਾਣੀ ਹੈ। ਸਿੱਖ ਨੇ ਆਪਣੀ ਵਾਰਾਂ ਵਿੱਚ ਲਿਖਿਆ ਹੈ, ਜਿਨ੍ਹਾਂ ਦਾ ਨਾਮ ਭਾਈ ਗੁਰਦਾਸ ਜੀ ਸੀਗਾ। ਅਗਰ ਇਹਨਾਂ ਪੰਕਤੀਆਂ ਦੇ ਵਿੱਚ ਆਇਆ ਰਾਮਚੰਦ ਨਿਰਮਲ ਪੁਰਖ ਵਾਲੀ ਪੰਕਤੀ ਦੀ ਗੱਲ ਕਰੀਏ, ਜੋ ਕਿ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ ਲਿਖਿਆ ਹੋਇਆ ਹੈ, तो जब भाई गुरदास जी कहते हैं कि रामचंद निर्मल पुरख, इसका मतलब ये नहीं है कि रामचंद्र जी परमेश्वर के सीधे अवतार ने। इसका मतलब है रामचंद निर्मल पुरख मतलब रामचंद्र जी एक निर्मल पुरुष सीगे, एक निर्मल पुरुष सीगे। ये थोड़ी लिखा है कि परमेश्वर के सीधे अवतार सीगे। ये तो तुसी अपने आप ही जोड़ लिया है तो अपने आप ही अपनी गल नूं सिद्ध करी जा रहे हो। ये वास्ते की दलील है? कुछ भी दलील नहीं हैगी, अपने आप अपनी मर्जी नाल तुसी बना लिया हैगा। तो मैं तुहानूं ये दसना चाहुंदा हां कि रामचंद्र जी परमेश्वर के सीधे अवतार नहीं सन। ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਸੀਗੇ। ਇਸ ਪੋਡਕਾਸਟ ਦੇ ਵਿੱਚ ਤੁਸੀਂ ਖੁਦ ਹੀ ਆਪਣੇ ਆਪ ਕਿਹਾ ਹੈ ਕਿ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਵਿਸ਼ਨੂੰ ਦੇ 24 ਅਵਤਾਰ ਹੋਏ ਨੇ, ਔਰ ਸਾਰਿਆਂ ਨੂੰ ਪਤਾ ਹੈ ਕਿ 24 ਵਿੱਚੋਂ ਇੱਕ ਅਵਤਾਰ ਰਾਮ ਅਵਤਾਰ ਵੀ ਹੋਇਆ ਹੈ, ਜੋ ਰਾਮਾਇਣ ਲਿਖੀ ਗਈ, ਰਾਮਚਰਿਤਮਾਨਸ ਲਿਖਿਆ ਗਿਆ। ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਾਮ ਅਵਤਾਰ ਦਾ ਜ਼ਿਕਰ ਕੀਤਾ ਹੈਗਾ। ਤਾਂ ਉਹ ਵਿਸ਼ਨੂੰ ਦੇ 24 ਅਵਤਾਰਾਂ ਵਿੱਚੋਂ ਇੱਕ ਅਵਤਾਰ ਸੀਗੇ। ਉਹ ਵਿਸ਼ਨੂੰ ਦੇ ਅਵਤਾਰ ਸੀਗੇ, ਅਕਾਲ ਪੁਰਖ ਪਰਮੇਸ਼ਰ ਦੇ ਸਿੱਧੇ ਅਵਤਾਰ ਨਹੀਂ ਸੀਗੇ। ਵਿਸ਼ਨੂੰ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਲਿਖਿਆ ਹੋਇਆ ਹੈ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਬ੍ਰਹਮਾ ਵਿਸ਼ਨ ਮਹਾਦੇਵ त्रै गुण रोगी विच हौमै कार कमाई, जिन किए तिसे ना चेतह बपड़े, हर गुरमुख सोजी पाई। यानी ब्रह्मा विष्णु महादेव त्रै गुण रोगी, मतलब ब्रह्मा विष्णु और महेश जो कि 3 ਵੱਡੇ ਦੇਵਤੇ ਮੰਨੇ ਗਏ ਹਨ, ਉਹਨਾਂ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ? ਤ੍ਰੈ ਗੁਣ ਰੋਗੀ, ਯਾਨੀ ਕਿ ਰਜਗੁਣ, ਤਮਗੁਣ ਤੇ ਸਤਗੁਣ ਦੇ ਵਿੱਚ, ਯਾਨੀ ਮਾਇਆ ਦੇ ਤ੍ਰੈ ਗੁਣਾਂ ਦਾ ਇਹਨਾਂ ਦੇਵਤਿਆਂ ਨੂੰ ਰੋਗ ਲੱਗਿਆ ਹੋਇਆ ਹੈ। ਇਹ ਦੇਵਤੇ ਬਿਮਾਰ ਹਨ। ਫਿਰ ਅੱਗੇ ਲਿਖਿਆ ਹੈ ਵਿੱਚ ਹਉਮੈ ਕਾਰ ਕਮਾਈ। ਹਉਮੈ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ਼ ਹੋ ਕੇ, ਹੰਗਤਾ ਦੇ ਵਸ਼ ਹੋ ਕੇ ਇਹਨਾਂ ਨੇ ਇਸ ਤਰ੍ਹਾਂ ਦੇ ਕਰਮ ਕੀਤੇ ਜੋ ਕਿ ਹਉਮੈ ਅਧੀਨ ਸੀਗੇ। ਉਹਨਾਂ ਨੇ ਆਪਣੀ ਹਉਮੈ ਵਿੱਚ ਇਸ ਤਰ੍ਹਾਂ ਦੇ ਕਰਮ ਕੀਤੇ ਜੋ ਕਿ ਜਿਨ੍ਹਾਂ ਦਾ ਉਹਨਾਂ ਨੂੰ ਫਲ ਵੀ ਭੁਗਤਣਾ ਪਿਆ। ਤਾਂ ਹੁਣ ਅੱਗੇ ਗੱਲ ਕੀ ਹੈ? ਜਿਨ ਕੀਏ ਤਿਸਹਿ ਨਾ ਚੇਤਹਿ ਬਪੜੇ, ਯਾਨੀ ਕਿ ਪਾਰ ਬ੍ਰਹਮ ਪਰਮੇਸ਼ਰ ਸਭ ਤੋਂ ਵੱਡੇ ਜਿਹੜੇ ਅਸਲੀ ਆਲਮਾਈਟੀ ਗੋਡ ਹਨ, ਜਿਨ੍ਹਾਂ ਨੇ ਇਹਨਾਂ ਦੇਵਤਿਆਂ ਨੂੰ ਬਣਾਇਆ ਸੀਗਾ, ਇਹ ਦੇਵਤੇ ਉਸ ਪਰਮੇਸ਼ਰ ਨੂੰ ਹੀ ਭੁਲਾ ਬੈਠੇ। ਹੁਣ ਜੋ ਰਾਮਚੰਦਰ ਜੀ, ਜੋ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ ਸੀਗੇ, ਇਹ ਸਾਰੇ ਜਾਣਦੇ ਨੇ ਕਿ ਉਹ ਵਿਸ਼ਨੂੰ ਦੇ ਹੀ ਇੱਕ ਅਵਤਾਰ ਸੀ। ਤਾਂ ਅਗਰ ਵਿਸ਼ਨੂੰ ਹੀ ਪਰਮੇਸ਼ਰ ਨੂੰ ਭੁਲਾ ਬੈਠਾ ਤੇ ਵਿਸ਼ਨੂੰ ਹੀ ਤ੍ਰੈਗੁਣ ਦੇ ਰੋਗੀ ਸੀਗਾ, ਵਿਸ਼ਨੂੰ ਹੀ ਅਗਰ ਹਉਮੈ ਵਿੱਚ ਕਾਰ ਕਮਾਉਂਦਾ ਸੀਗਾ, ਤੇ ਰਾਮਚੰਦਰ ਵੀ ਉਸੇ ਦੇ ਹੀ ਅਵਤਾਰ ਨੇ। ਤੇ ਉਹ ਵੀ ਮਾਇਆ ਦੇ ਵਿੱਚ ਨੇ, ਉਹ ਵੀ ਕਾਲ ਦੇ ਵਿੱਚ ਨੇ, ਉਹ ਹੀ ਹਉਮੈ ਦੇ ਵਿੱਚ ਹਨ। ਔਰ ਜੋ ਹਉਮੈ ਵਿੱਚ ਹੈ ਉਹ ਪਰਮੇਸ਼ਰ ਕਿਵੇਂ ਹੋ ਸਕਦਾ ਹੈ? ਇਹਨਾਂ ਨੂੰ ਤਾਂ ਪਰਮੇਸ਼ਰ ਨੇ ਬਣਾਇਆ ਹੋਇਆ ਹੈ। ਵਿਸ਼ਨੂੰ ਨੂੰ ਵੀ ਪਰਮੇਸ਼ਰ ਨੇ ਬਣਾਇਆ, ਸ੍ਰੀ ਰਾਮਚੰਦਰ ਨੂੰ ਵੀ ਪਰਮੇਸ਼ਰ ਨੇ ਬਣਾਇਆ। ਇਹਨਾਂ ਵਿੱਚੋਂ ਕੋਈ ਵੀ ਖੁਦ ਪਾਰਬ੍ਰਹਮ ਪਰਮੇਸ਼ਰ ਨਹੀਂ ਹੈ। ਇਟ ਇਜ਼ ਅ ਕਲੀਅਰ ਡਿਸਟਿੰਕਸ਼ਨ ਵਿਚ ਇਜ਼ ਵਿਜ਼ੀਬਲ ਇਨ ਗੁਰੂ ਗ੍ਰੰਥ ਸਾਹਿਬ ਜੀ। ਹੁਣ ਇੱਕੋ ਹੀ ਰਾਮ ਸੀ ਨਾ। ਹੁਣ ਚਾਹੇ ਕਹਿਣ ਵਾਲੇ ਜਿਹੜੇ ਸੋ ਕਾਲਡ ਇੰਟੈਲੈਕਚੁਅਲ ਬਣਦੇ ਆ, ਮੈਂ ਨਾਲ ਉਧਰ ਵੀ ਆਈ ਜਾਂਦਾ, ਤੇ ਜਿਹੜੇ ਇਹ ਕਹਿੰਦੇ ਆ ਕਿ ਉਹ ਰਾਮ ਨਹੀਂ ਸੀ, ਇਹ ਹੋਰ ਰਾਮ ਸੀ, ਨਹੀਂ, ਇੱਕੋ ਹੀ ਰਾਮ ਸੀ ਜਿਹਦਾ 2533 ਵਾਰ ਜ਼ਿਕਰ ਕੀਤਾ ਗਿਆ। ਉਹ ਰਾਮ ਇੱਕੋ ਹੀ ਹੈ। ਗੁਰਬਾਣੀ ਦੇ ਵਿੱਚ 2533 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਆਉਂਦਾ, ਉਹ ਇੱਕੋ ਰਾਮ ਦੀ ਗੱਲ ਕੀਤੀ ਗਈ ਹੈ। ਉਹ ਰਾਮ ਕੋਈ ਦੂਜਾ ਨਹੀਂ ਸੀ ਹੈ, ਉਹ ਉਹੀ ਰਾਮ ਹੈ। ਕਿਉਂ? ਕਿਉਂਕਿ ਉਹ ਯੁੱਗ ਮਰਿਆਦਾ ਦਾ ਸੀ, ਇਸ ਕਰਕੇ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਉਹਨਾਂ ਨੂੰ। ਠੀਕ ਹੈ ਨਾ। ਲਾਲੀ ਮੁਲਤਾਨੀ ਜੀ ਕਹਿੰਦੇ ਨੇ 2533 ਵਾਰ ਜੋ ਰਾਮ ਸ਼ਬਦ ਆਇਆ ਹੈ ਉਹ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ ਵਾਸਤੇ ਆਇਆ ਹੈ। ਔਰ ਇਸ ਗੱਲ ਨੂੰ ਸਿੱਧ ਕਰਨ ਵਾਸਤੇ ਉਹਨਾਂ ਨੇ ਕਿੰਨੀ ਹਾਸੋਹੀਣੀ ਦਲੀਲ ਦਿੱਤੀ ਹੈ, ਆਓ ਸੁਣਦੇ ਹਾਂ। ਗੁਰਬਾਣੀ ਦੇ ਵਿੱਚ 2533 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜੋ ਆਉਂਦਾ, ਉਹ ਇੱਕੋ ਰਾਮ ਦੀ ਗੱਲ ਕੀਤੀ ਗਈ ਹੈ। ਉਹ ਰਾਮ ਕੋਈ ਦੂਜਾ ਨਹੀਂ ਸੀ ਹੈ, ਉਹ ਉਹੀ ਰਾਮ ਹੈ। ਕਿਉਂ? ਕਿਉਂਕਿ ਉਹ ਯੁੱਗ ਮਰਿਆਦਾ ਦਾ ਸੀ, ਇਸ ਕਰਕੇ ਮਰਿਆਦਾ ਪੁਰਸ਼ੋਤਮ ਕਿਹਾ ਜਾਂਦਾ ਉਹਨਾਂ ਨੂੰ। ਠੀਕ ਹੈ ਨਾ। 2533 ਵਾਰੀ ਇੱਕੋ ਹੀ ਰਾਮਚੰਦਰ ਜੀ ਆਏ ਨੇ। ਕਿਉਂ? ਕਿਉਂਕਿ ਉਹ ਮਰਿਆਦਾ ਦਾ ਯੁੱਗ ਸੀਗਾ ਤੇ ਉਹ ਮਰਿਆਦਾ ਪੁਰਸ਼ੋਤਮ ਸੀਗੇ। ਇਹ ਕਿੱਦਾਂ ਦੀ ਦਲੀਲ ਹੋਈ? ਇਹਦੇ ਵਿੱਚ ਤਾਂ ਕੋਈ ਦਮ ਹੀ ਨਹੀਂ ਹੈ। ਆਓ ਹੁਣ ਆਪਾਂ ਤੁਹਾਨੂੰ ਸਾਰੀ ਦਲੀਲਾਂ ਨਾਲ ਐਕਸਪਲੇਨ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਚੰਦਰ ਜੀ ਅਤੇ ਪਾਰਬ੍ਰਹਮ ਪਰਮੇਸ਼ਰ ਰਾਮ ਦੇ ਵਿੱਚ ਕੀ ਫਰਕ ਹੈ। ਤਾਂ ਵੀ ਨੀਡ ਟੂ ਅੰਡਰਸਟੈਂਡ ਦ ਕਨਸੈਪਟ ਆਫ ਗੋਡ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰਬਾਣੀ ਵਿੱਚ ਵਾਹਿਗੁਰੂ ਪਰਮੇਸ਼ਰ ਈਸ਼ਵਰ ਕਿਸ ਨੂੰ ਆਖਿਆ ਗਿਆ ਹੈ? ਉਸ ਨੂੰ ਆਖਿਆ ਗਿਆ ਹੈ ਜੋ ਇੱਕ ਓੰਕਾਰ ਹੈ, ਸਤਨਾਮ ਕਰਤਾ
ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਅਤੇ ਗੁਰ ਪ੍ਰਸਾਦ। यानी परमेश्वर ਇੱਕੋ ਹੀ ਹੈ। ब्रह्मा भी परमेश्वर हो सकता है, विष्णु भी परमेश्वर हो सकता है, महादेव भी परमेश्वर हो सकता है, रामचंद्र और कृष्ण भी परमेश्वर हो सकते हैं। इस तो अलावा होर भी अनेक प्रकार के पत्थर ते वृक्ष ते चूहे कोई भी परमेश्वर हो सकता है। इस तरह गुरु ग्रंथ साहिब जी विच नहीं लिखिया होया। गुरु ग्रंथ साहिब जी विच सिर्फ इक्को पार ब्रह्म परमेश्वर का जिक्र आंदा है जो कि अजूनी है, यानी कि अजन्मा है। उसके जन्म वास्ते ਉਹਦੇ प्रकाश वास्ते किसी यूनी दी किसी आसरे की लोड़ नहीं है। वो ਸੈਭੰ है, स्वयं प्रकाशमान है ਅਤੇ ਅਕਾਲ ਮੂਰਤ ਹੈ। ਉਹ ਕਾਲ ਦੇ ਵਸ਼ ਨਹੀਂ ਹੈ। ਪਰਮੇਸ਼ਰ ਨੇ ਖੁਦ ਹੀ ਕਾਲ ਨੂੰ ਬਣਾਇਆ ਹੈ ਅਤੇ ਕਾਲ ਦਾ ਵਿਨਾਸ਼ ਵੀ ਪਰਮੇਸ਼ਰ ਆਪ ਕਰ ਦਿੰਦਾ ਹੈ। ਪਰਮੇਸ਼ਰ ਦੇ ਉੱਤੇ ਕਾਲ ਦਾ ਜ਼ੋਰ ਨਹੀਂ ਚੱਲਦਾ, ਉਹਦੇ ਉੱਤੇ ਕਿਸੇ ਹੋਰ ਸ਼ਕਤੀ ਦਾ ਜ਼ੋਰ ਨਹੀਂ ਚੱਲਦਾ। ਉਹ ਖੁਦ ਪਾਰ ਬ੍ਰਹਮ ਪਰਮੇਸ਼ਰ ਹੈ। ਪਾਰ ਬ੍ਰਹਮ ਪਰਮੇਸ਼ਰ ਨੂੰ ਸਮੇਂ ਮੁਤਾਬਿਕ ਅਨੇਕ ਪ੍ਰਕਾਰ ਦੇ ਨਾਮਾਂ ਨਾਲ ਬੁਲਾਇਆ ਗਿਆ ਹੈ। ਜਿਵੇਂ ਉਹ ਕਿਰਪਾ ਕਰਨ ਵਾਲਾ ਹੈ ਤੇ ਉਹਨੂੰ ਕਿਰਪਾਲੂ ਕਹਿ ਦਿੱਤਾ ਗਿਆ। ਉਹ ਦਇਆ ਕਰਨ ਵਾਲਾ ਹੈ ਤੇ ਦਿਆਲੂ ਕਹਿ ਦਿੱਤਾ ਗਿਆ। ਉਹ ਗਮਤਾ ਤੋਂ ਪਰੇ ਹੈ ਤਾਂ ਉਹਨੂੰ ਅਗਮ ਕਹਿ ਦਿੱਤਾ ਗਿਆ। ਉਹਨੂੰ ਜਿੱਤਿਆ ਨਹੀਂ ਜਾ ਸਕਦਾ ਤਾਂ ਉਹਨੂੰ ਅਜੈ ਕਹਿ ਦਿੱਤਾ ਗਿਆ। ਇसी ਪ੍ਰਕਾਰ ਪਰਮੇਸ਼ਰ ਦੇ ਬਹੁਤ ਸਾਰੇ ਨਾਮ ਨੇ। ਜਿਵੇਂ ਅੱਲਾ ਵੀ ਇੱਕ ਨਾਮ ਹੈ, ਹਰੀ ਵੀ ਇੱਕ ਨਾਮ ਹੈ, ਸਚਦਾਨੰਦ ਵੀ ਇੱਕ ਨਾਮ ਹੈ, दामोदर, मुरारी, परवदिगार, गोसाई, साईं, रमैया। इस प्रकार परमेश्वर ਦੇ अनेक किरतम नाम ਹਨ, ਕਰਮ ਨਾਮ, यानी कि ਉਹਦੇ ਕੁਆਲਿਟੀ ਬੇਸਡ, ਉਹਦੇ ਕਰਮਾਂ ਮੁਤਾਬਿਕ ਜਿਸ ਪ੍ਰਕਾਰ ਲੋਕੀ ਉਸਦੇ ਕਰਮ ਵੇਖਦੇ ਨੇ, ਉਹਦੀ ਕੁਆਲਿਟੀਜ਼ ਵੇਖਦੇ ਨੇ ਤੇ ਉਹਦੇ ਵੱਖਰੇ ਵੱਖਰੇ ਨਾਮ ਦੇ ਨਾਲ ਉਹਨੂੰ ਬੁਲਾਇਆ ਜਾਂਦਾ ਹੈ। ਦਿਸ ਇਜ਼ ਕਾਲਡ ਕਿਰਤਮ ਨਾਮ, ਕਰਮ ਬੇਸਡ ਨਾਮ। तो काफ़ी सारे हिंदू फंडामेंटलिस्ट जिन्हां ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈ, ਉਹ ਅਕਸਰ ਕਹਿੰਦੇ ਨੇ ਗੁਰਬਾਣੀ ਵਿੱਚ ਤਾਂ ਬਾਰ-ਬਾਰ ਰਾਮ ਦਾ ਜਾਂ ਹਰੀ ਦਾ ਜ਼ਿਕਰ ਆ ਰਿਹਾ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਕ ਹਿੰਦੂ ਗ੍ਰੰਥ ਹਨ ਜਾਂ ਫਿਰ ਹਿੰਦੂਤਵ ਦਾ ਟੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤਾ ਜਾਂਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਇਹ ਵੀ ਲਿਖਿਆ ਹੈ, ਅਵਲ ਅੱਲਾਹ ਨੂਰ ਉਪਾਇਆ, ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਫਿਰ ਇੱਥੇ ਤਾਂ ਅੱਲਾਹ ਵੀ ਆ ਰਿਹਾ ਹੈ। ਫਿਰ ਹੁਣ ਅੱਲਾਹ ਨੂੰ ਵੀ ਕਿ ਸ੍ਰੀ ਰਾਮਚੰਦਰ ਜੀ ਜਾਂ ਸ੍ਰੀ ਕ੍ਰਿਸ਼ਨ ਜੀ ਬਣਾ ਲਓਗੇ ਤੁਸੀਂ? ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ परमेश्वर की गल हो रही है जिसके वक्रे वक्रे कीर्तम नाम होंदे हन। और राम भी एक कीर्तम नाम है। राम का अर्थ संस्कृत के कोश विच, हिंदी के कोश विच किस प्रकार दिता होया है वो मैं तुहानूं पढ़ के सुणाउंदा हां। राम शब्द राम धातु से बना है जिसका अर्थ है रमण, रमना, निवास करना, निहित होना। वे प्राणी मात्र के हृदय में रमण करते हैं, निवास करते हैं, इसलिए उनको राम कहा जाता है। और उनके भक्त जन भी उनमें रमण करते हैं, निवास करते हैं, आनंदित होते हैं, इसलिए भी वे राम हैं। तो राम का मतलब रमण करना, मौजूद होना, सर्वव्यापक होना, घट घट में प्रेजेंट होना। और इसी अर्थ में गुरबाणी में भी राम शब्द का प्रयोग किया गया है। तो जब गुरबाणी में आता है रमत राम घट घट आधार, रमत राम पूरन सर्व ठाए, रमत राम सब रहो समाए, इस प्रकार जब राम का जिक्र आंदा है, इसका मतलब है कि वो परिपूर्ण परमेश्वर जो सारी थावां ते समा रहा है, जो घट घट का आधार है, उस राम की गल इत्थे हो रही है। एंड इट इज़ पॉसिबल कि जब दशरथ और कौशल्या जी के घर में पुत्र का जन्म हुआ तो उन्होंने अपने पुत्र का नाम पार ब्रह्म परमेश्वर के नाम यानी राम नाम के ऊपर उन्होंने अपने बच्चे का भी नाम रख दिया। तो रामचंद्र जी का नाम परमेश्वर, पार ब्रह्म परमेश्वर राम जी के नाम पे रखा गया हो सकता है, इसकी बहुत ज़्यादा संभावना है। तो क्लियरली देयर इज़ अ डिस्टिंक्शन, एक डिफरेंस है, फ़र्क है पार ब्रह्म परमेश्वर राम के अंदर यानी असली जो गुरु ग्रंथ साहिब जी के राम है उसके अंदर, और अयोध्या वासी दशरथ पुत्र रामचंद्र जी में बहुत ज़्यादा अंतर है। और जैसे कि मैंने वीडियो की शुरुआत में बताया था कि गुरु ग्रंथ साहिब जी के अंदर भी जहाँ तक मेरी जानकारी है 10-12 बार अयोध्या वासी रामचंद्र जी का भी जिक्र आया है। और उस जिक्र के बारे में मैं कुछ उदाहरण आपको दूंगा जिससे आपको पता लग जाएगा कि जब अयोध्या वासी दशरथ पुत्र रामचंद्र की बात होती है तो उस समय प्रकरण क्या चल रहा होता है। तो पहला उदाहरण है, पांडे तुमरा रामचंद सो भी आवत देखा था, रावण सेती सरबर होई, घर की जोए गवाई थी। तो उस शब्द के अंदर क्या जिक्र किया गया है, उसमें कहते हैं कि जब हमें परमेश्वर पार ब्रह्म परमेश्वर के दर्शन प्राप्त हुए, हमें ब्रह्म ज्ञान हुआ, तो उसमें क्या पता लगा कि हे पंडित, तुम जो लोगों को मूर्ख बनाते हो, कभी तुम कहते हो गायत्री का जाप करो, कभी कहते हो महादेव का जाप करो, कभी कहते हो कि रामचंद्र जी का जाप करो। अरे इस प्रकार नहीं करना चाहिए। हमने देखा है पांडे तुमरा रामचंद, हमने तुम्हारे रामचंद्र को भी देखा है आते हुए। वो आया था, उसकी बीवी उससे बिछड़ गई,
उसको रावण से जंग करनी पड़ी। और इस प्रकार इसमें लिखा हुआ है कि पंडित तुम लोगों को बेवकूफ़ बनाते हो, कभी रामचंद्र की पूजा में लगाते हो, कभी महादेव की पूजा में लगा देते हो, कभी गायत्री की पूजा में लगा देते हो। ये सब बिल्कुल भी नहीं करना चाहिए, इसका कोई खास लाभ नहीं होने वाला है। हम तो उस राम की पूजा करते हैं, हम तो उस परमेश्वर की पूजा करते हैं जो सारे ही व्यापक है, जो मंदिर के अंदर बाहर, मस्जिद के अंदर बाहर और सारी सृष्टि के अंदर है। तुम सिर्फ राम को मंदिर में पूजते हो, मुसलमान मस्जिद में पूजता है, पर असली अल्लाह राम परमेश्वर जो है वो तो परिपूर्ण घट घट में समा रहा है, वो तो हर हृदय का आधार है, वो तो रमैया है। हम तो उस राम की पूजा करते हैं। तो हमारे रामचंद्र में और तुम्हारे रामचंद्र में क्लियर डिस्टिंक्शन गुरु ग्रंथ साहिब जी में दिखा देती गई है कि पांडे तुमरा रामचंद्र वखरा है और हमारा राम वखरा है। और इसी गल नू श्री गुरु गोबिंद सिंह जी ने दसम ग्रंथ में लिखा है कि राम रहीम उबार ना सके हैं, जाकर नाम रटै है। कि हे बंदे, तू रामचंद्र अयोध्या वासी का नाम दा अगर रटन करदा है तो एक गल समझ ले, ये तुहानू अंत काल विच उबार नहीं सकते, ये मुक्ति दाते नहीं है, मुक्ति नहीं दे सकते हैं। अगली पंक्ति में गुरु साहब और क्लियर कर देते हैं, राम रहीम उबार ना सके जाकर नाम रटै है, ब्रह्मा विष्णु रुद्र सूरज सस ते बस काल सबह है। ये ब्रह्मा विष्णु महेश रामचंद्र रहीम ये सारे काल के वश में है, काल के वश में है या काल नहीं है, और ये तेरे को मुक्ति नहीं दे सकते। इसी तरह आषाढ़ी वार के अंदर भी अयोध्या वासी रामचंद्र जी का जिक्र आता है और वहां पे क्या लिखा है, नानक निर्भव निरंकार होर केते राम रवाल। कि निर्भव निरंकार यानी आकार रहित फॉर्मलेस लॉर्ड भगवान, असली भगवान एक ही है जो निर्भव है, जो किसी से भी नहीं डरता, जिसके ऊपर किसी का हुक्म नहीं चलता। और उसके मुकाबले में क्या लिखा हुआ है, नानक निर्भव निरंकार होर केते राम रवाल। कि हो रामचंद्र जी जैसे अवतार देवी देवते तो कितने ही परमेश्वर ने बना दिए। जो असली निर्भव निरंकार ईश्वर है उसने कितने ही रामचंद्र बनाए, कितने ही कृष्ण बनाए, कितने ही ब्रह्मे बनाए, इसका कोई अंत नहीं है। तो गुरु ग्रंथ साहिब जी में लिखा है कि जिस रामचंद्र अवतार की जो पंडित तुम्हें पूजा करना सिखाता है, वो पंडित दा दस्या हुआ रामचंद्र ता असली राम दे सामने सिर्फ एक मिट्टी दे बराबर है। यानी कि उस असली पारब्रह्म परमेश्वर राम ने तो रामचंद्र जी जैसे किन्ने ही अवतार बनाए हन। गुरु गोबिंद सिंह जी कहते ने, कृष्ण से कीट कोटे बनाए, किते राम से मेट डारे उपाय। कि रामचंद्र जी जैसे अवतार तो परमेश्वर ने, असली राम ने, असली पारब्रह्म परमेश्वर ने कितने ही बनाए और कितने ही मिटा दिए, इसका कोई अंत नहीं है। तो हमें असली राम यानी कि पारब्रह्म परमेश्वर राम की पूजा करनी चाहिए, जिनके नाम के ऊपर दशरथ ने अपने पुत्र का नाम रखा था। तो ये बात यहाँ पे समझने वाली है। इसी तरह गुरु ग्रंथ साहिब जी में और भी कई जगह पे रामचंद्र जी का जिक्र आता है, जैसे कि रोवे राम निकाला पया, सीता लक्ष्मण विछुड़ गया। कि रामचंद्र जी को भी रोना पड़ा था। कब रोना पड़ा? जब उनको देश निकाला मिला, जब उनको अपने अयोध्या से निकाल दिया गया। फिर उनको कब रोना पड़ा? सीता लक्ष्मण विछुड़ गया, जब उनको सीता जी से विछुड़ना पड़ा तब भी रामचंद्र जी को रोना पड़ा। जब वो लक्ष्मण जी से विछड़ गए तब भी उनको रोना पड़ा। यानी कि रामचंद्र जी भी सैड हुए, दुखी हुए, उनको रोना पड़ा। लेकिन गुरु ग्रंथ साहिब जी का जो परमेश्वर है वो तो सच्चिदानंद है, सत्य है, चेतन है और आनंद स्वरूप है। परमेश्वर को दुखी नहीं होना पड़ता, परमेश्वर जो है वो आनंद स्वरूप है। लेकिन जो अवतार रामचंद्र जी थे, अकॉर्डिंग टू श्री गुरु ग्रंथ साहिब जी, उनको भी रोना पड़ा था, दुखी होना पड़ा था। जैसे कि इंद्र को दुखी होना पड़ा, राजा जनमेजय को दुखी होना पड़ा, रामचंद्र जी को दुखी होना पड़ा, इस तरह और भी लोगों का दुखी होना पड़ा, रोना पड़ा। इस शब्द में लिखा हुआ है, नानक दुखिया सब संसार। उस शब्द के अंदर रामचंद्र जी का जिक्र आता है कि रामचंद्र जी को भी रोना पड़ा था। इसी तरह श्लोक मल्ला नावा में आता है, राम गयो रावण गयो, जाको बहु परवार, कह नानक थिर कछ नहीं, सुपने ज्यों संसार। गुरु तेग बहादुर साहब जी फरमान करते हैं कि रामचंद्र जी को भी सृष्टि से जाना पड़ा, चाहे वो बहुत मन्ने प्रमन्ने अवतार थे, लोग उनकी पूजा प्रतिष्ठा करते हैं, पर जाना उनको भी पड़ा। चाहे उनके लक्ष्मण जैसे भाई थे, उनके सीता जैसी पत्नी थी, दशरथ जैसे पिता थे, पर जाना उनको भी पड़ा। और जाना रावण को भी पड़ा, चाहे उसके कुंभकर्ण इंद्रजीत जैसे भाई थे, पर रावण ने भी जाना पिया। और किन्ने ही 1 लाख पूत 1.25 लाख नाती
तै रावणगर दिया ना बाती, फिर भी उसको जाना पड़ा। तो गुरु साहब समझाते हैं कि ये बंदे इस दुनिया में जो भी आया है वो सारिਆਂ ने एक बार जाना ही है। ये सुपने वर्गा संसार है, इस करके जिस काम वास्ते भेजा गया है उस काम ਨੂੰ पूरा कर लवो। इसी तरह गुरु ग्रंथ साहिब जी में जिक्र आता है, राम झुरे दल मेलवे अंतर बल अधिकार। इसी प्रकार आता है, मन में झूरे रामचंद सीता लक्ष्मण जोग। तो इस प्रकार लगभग जो मेरी जानकारी के मुताबिक 10-12 बार रामचंद्र जी अयोध्यावासी दशरथ पुत्र का जिक्र आता है, जिसके मैंने कुछ उदाहरण आपको दे दिए हैं। और बाकी जो लगभग 2500 बार राम शब्द आता है वो पार ब्रह्म परमेश्वर के लिए आता है, जो असली गुरु ग्रंथ साहिब जी के ईश्वर हैं। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਸੀਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਲੈ ਕੇ ਜੋ ਮਿਸ ਇਨਫੋਰਮੇਸ਼ਨ ਤੇ ਗਲਤ ਜਾਣਕਾਰੀ ਲੋਕਾਂ ਤੱਕ ਦੱਸੀ ਜਾ ਰਹੀ ਹੈ ਉਸ ਨੂੰ ਕਰੈਕਟ ਕੀਤਾ ਜਾ ਸਕੇ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਅਗਰ ਤੁਸੀਂ ਅਯੋਧਿਆ ਵਾਸੀ ਦਸ਼ਰਥ ਪੁੱਤਰ ਰਾਮਚੰਦਰ ਜੀ ਦੀ ਪੂਜਾ ਕਰਨਾ ਚਾਹੁੰਦੇ ਹੋ ਜਾਂ ਕਰਦੇ ਹੋ ਤਾਂ ਤੁਸੀਂ ਆਪਣੀ ਚੋਇਸ ਆਪਣੀ ਸੋਚ ਦੇ ਮੁਤਾਬਿਕ ਕਰ ਸਕਦੇ ਹੋ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਏ ਰਾਮ ਸ਼ਬਦ ਨੂੰ ਅਯੋਧਿਆ ਵਾਸੀ ਰਾਮਚੰਦਰ ਜੀ ਨਾਲ ਰਲਗੜ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਸਾਡੇ ਜੀਵਨ ਦਾ ਮਨੋਰਥ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੀਵਨ ਸਾਨੂੰ ਸਰੀਰ ਇਸ ਕਰਕੇ ਮਿਲਿਆ ਹੈ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਵਾਹਿਗੁਰੂ ਜੀ ਪਰਮੇਸ਼ਰ ਜੀ ਨੂੰ ਮਿਲਣ ਵਾਸਤੇ ਮਿਲਿਆ ਹੈ ਔਰ ਉਸ ਨੂੰ ਮਿਲਣ ਵਾਸਤੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ ਜਪਣ ਦੇ ਨਾਲ, ਸਾਧ ਸੰਗਤ ਨੂੰ ਮਿਲਣ ਦੇ ਨਾਲ ਇਸ ਕੰਮ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤਾਂ ਪੂਰੇ ਗੁਰੂ ਦੀ ਸਾਨੂੰ ਲੋੜ ਪੈਂਦੀ ਹੈ। ਤਾਂ ਪੂਰੇ ਗੁਰੂ ਨੂੰ ਧਾਰਨ ਕਰੋ, ਉਹਨੂੰ ਧਾਰਨ ਕਰਕੇ ਸਤਨਾਮ ਦੀ ਦਾਤ ਪ੍ਰਾਪਤ ਕਰੋ ਔਰ ਸਤਨਾਮ ਦੀ ਦਾਤ ਪ੍ਰਾਪਤ ਕਰਕੇ ਇਹਨੂੰ ਸਵਾਸ ਗ੍ਰਾਸ ਜਾਪ ਕਰੋ ਤਾਂ ਕਿ ਇਸ ਦੇ ਨਾਲ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਾਲਾ ਸਾਡਾ ਲਕਸ਼ ਜਿਹੜਾ ਹੈ ਉਹ ਪੂਰਾ ਹੋ ਸਕੇ। ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਵਿੱਚ ਜਿੰਨੀ ਜਾਣਕਾਰੀ ਸਹੀ ਤਰੀਕੇ ਨਾਲ ਆਪ ਜੀ ਨੂੰ ਦਿੱਤੀ ਜਾਏ ਉਹ ਕੋਸ਼ਿਸ਼ ਕੀਤੀ ਹੈ। ਕਾਫੀ ਸਾਰੇ ਸ਼ਬਦਾਂ ਦੇ ਮੈਂ ਲੰਬੀ ਵਿਆਖਿਆ ਨਹੀਂ ਕਰ ਪਾਇਆ ਕਿਉਂਕਿ ਉਹਦੇ ਨਾਲ ਵੀਡੀਓ ਲੰਬੀ ਹੋ ਸਕਦੀ ਹੈ ਤੇ ਅੱਜਕੱਲ ਲੋਕੀ ਛੋਟੀ ਵੀਡੀਓ ਦੇਖਣਾ ਚਾਹੁੰਦੇ ਆ। ਪਰ ਜੇ ਕਿਸੇ ਨੂੰ ਹੋਰ ਸਪਸ਼ਟੀਕਰਨ ਚਾਹੀਦਾ ਹੈਗਾ, ਅਜੇ ਵੀ ਕਿਸੇ ਦੇ ਮਨ ਵਿੱਚ ਸ਼ੰਕਾ ਰਹਿ ਗਈ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਟਾਈਮ ਵਿੱਚ ਅਗਰ ਗੁਰੂ ਜੀ ਨੇ ਸੇਵਾ ਲਈ ਤੇ ਆਪਾਂ ਇਹਦੀ ਵੱਡੀ ਵਿਆਖਿਆ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।